ਲੱਖ ਉਹ ਕਹਿੰਦੇ ਸੀ ਲਿਫਟ ਪੰਪ ਕਰਕੇ ਅਸੀਂ ਪਾਣੀ ਸਿੱਟਾਂਗੇ ਉਹਦੇ ਵਾਸਤੇ 25 ਲੱਖ ਰੁਪਇਆ ਤਾਂ ਜੋ ਮੇਰੇ ਭਰਾ ਭਾਵੇਂ ਉਹ ਕਿਸੇ ਦੀ ਜ਼ਮੀਨ ਹੈ ਪਰ ਮੇਰੇ ਪਿੰਡ ਦੇ ਲੋਕਾਂ ਦੀ ਜ਼ਮੀਨ ਹੈ ਉਹਦੇ 'ਚ ਪਾਣੀ ਨਾ ਖੜਾ ਹੋਵੇ ਉਹ ਕਹਿੰਦੇ ਸਕੀਮ ਨਾਲ ਤੇ ਛੱਪੜ ਵਾਸਤੇ ਵੀ 25 ਲੱਖ ਰੁਪਇਆ ਆਪਾਂ ਮਨਜ਼ੂਰ ਕੀਤਾ ਤਾਂ ਜੋ ਆਪਣੇ ਪਿੰਡ ਦਾ ਛੱਪੜ ਦਾ ਬਹੁਤ ਮਾੜਾ ਹਾਲ ਹੈ ਇਹਨੂੰ ਕੋਈ ਚਾਰ ਸਫੇਰਾ ਕਰਕੇ ਇਹਨੂੰ ਠੀਕ ਕਰ ਲਈ ਕਹਿਣ ਦਾ ਮਤਲਬ ਮੈਂ ਸਾਡੇ ਸਤਿਕਾਰਯੋਗ ਆਂਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਵਿੜਗਾ ਪਿੰਡ ਦੀ ਜ਼ਿੰਮੇਵਾਰੀ ਤੁਸੀਂ ਇਸ ਪਿੰਡ ਦੇ ਮਾਲਕ ਹੋ ਤੁਸੀਂ ਪਿੰਡ ਦੇ ਹਲਕੇ ਦੇ ਇੰਚਾਰਜ ਹੋ ਤੁਸੀਂ ਇੱਥੋਂ ਐਮਐਲਏ ਬਣੇ ਹੋ ਤੁਹਾਨੂੰ ਵੋਟਾਂ ਤੁਹਾਡਾ ਇਸ ਪਿੰਡ ਨਾਲ ਬਹੁਤ ਵਧੀਆ ਰਿਸ਼ਤਾ ਹੈ ਪਿਆਰ ਹੈ ਪਰ ਜਿਹੜੀ ਡਿਵੈਲਪਮੈਂਟ ਕਰਾਉਂਗਾ ਮੈਂ ਕਿੱਥੋਂ ਮਰਜ਼ੀ ਪੈਸਾ ਲਿਆਵਾਂ ਮੇਰੀ ਬੇਨਤੀ ਹੈ ਤੁਸੀਂ ਮੇਰੇ ਤੇ ਆਸ਼ੀਰਵਾਦ ਰੱਖਣਾ ਮੈਡਮ ਆਂਟੀ ਇਸ ਪਿੰਡ 'ਚ ਰੁਪਈਆ ਵੀ ਜੇ ਲਾਉਣਾ ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਉਹ ਤੁਹਾਡਾ ਮੁੰਡਾ ਜਿੱਥੋਂ ਮਰਜ਼ੀ ਲਿਆ ਕੇ ਲਾ ਦੂਗਾ ਸਾਰੀਆਂ ਜ਼ਿੰਮੇਵਾਰੀਆਂ ਮੇਰੀਆਂ ਵਿੜਗਾ ਪਿੰਡ ਪਰ ਇਹਦੇ ਨਾਲ ਇੱਕ ਬੇਨਤੀ ਹੈ ਮੇਰੀ ਪਿੰਡਾਂ ਦੇ ਵਿੱਚੋਂ ਵੋਟਾਂ ਘਟਦੀਆਂ ਵੀ ਹੁੰਦੀਆਂ ਵੱਧਦੀਆਂ ਵੀ ਹੁੰਦੀਆਂ 64 ਪਿੰਡ ਹੈ ਸਾਰੇ ਪਿੰਡ ਵਧਣੇ ਨਹੀਂ ਤੇ ਸਾਰੇ ਪਿੰਡ ਘਟਣੇ ਗਿੱਦੜਵਾ ਵੀ ਐਵੇਂ ਲੇਕਿਨ ਯਾਰ ਜੇ ਕਿਤੇ ਵਿੜਗਾ ਪਿੰਡ ਤੋਂ 300-400 ਵੋਟ ਨਾ ਪੜੀ ਵਧੀ ਤਾਂ ਮੇਰੀਆਂ ਮੁੱਛਾਂ ਮੈਨੂੰ ਥੱਲੇ ਕਰਨੀਆਂ ਪੈਣੀਆਂ ਇੱਕ ਗੱਲ ਦਾ ਧਿਆਨ ਰੱਖਿਓ ਜੋ ਫਿਰ ਉਹ ਗੱਲ ਬਣਨੀ ਕਿਉਂਕਿ ਲੋਕ ਆਖਣਗੇ ਰਾਜੇ ਵੜਿੰਗ ਦੇ ਪਿੰਡ ਚੋਂ 50 ਵੋਟਾਂ ਹੀ ਵਧੀਆਂ ਉਹਦਾ ਸਵਾਦ ਨਹੀਂ ਆਉਣਾ ਜਦੋਂ ਡੱਬੇ ਖੁੱਲਣ ਤੇ ਕਹਿਣ ਕਿ ਕੱਲਾ ਵਿੜਗਾ ਪਿੰਡ 5 ਪਿੰਡਾਂ ਨੂੰ ਖਾ ਗਿਆ ਬਈ ਕੱਲਾ ਪਿੰਡ ਦੀਆਂ ਇੰਨੀ ਗਿਣਤੀ ਵਧੀ ਪਿੰਡ ਨੂੰ ਖਾ ਗਿਆ ਤੁਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿਹੜਾ ਵੀ ਜਿਹੜਾ ਕੰਮ ਹੈ ਕਿਸੇ ਦਾ ਪਈ ਦਾ ਨਾਲੇ ਦਾ ਖਾਲੇ ਦਾ ਸਕੂਲ ਦਾ ਧਰਮਸ਼ਾਲਾ ਦਾ ਸੜਕ ਦਾ ਆ ਸਾਰੇ ਐਸਟੀਮੇਟ ਲਵਾਤੇ ਹੈ ਚੋਣ ਜਾਬਤਾ ਲੱਗ ਗਿਆ ਨਹੀਂ 60-70 ਲੱਖ ਰੁਪਏ ਦੇ ਮੰਡੀ ਬੋਰਡ ਦੇ ਐਸਟੀਮੇਟ ਹੈ ਇਸ ਗਲੀ ਦਾ ਵੀ ਐਸਟੀਮੇਟ ਲਾਤਾ ਜਿਹੜੀ ਭੀੜੀ ਗਲੀ ਹੈ ਜਿਹੜੀ ਉਹ ਤੁਹਾਡੇ ਘਰ ਵਾਲੀ ਸੜਕ ਹੈ ਉਹਦਾ ਵੀ ਐਸਟੀਮੇਟ ਲਾਤਾ ਹੈ ਲੋਕ ਟਾਈਲ ਦਾ ਕੋਈ ਗਲੀ ਨਹੀਂ ਕੱਚੀ ਛੱਡੀ ਕਿਉਂਕਿ ਐਸਟੀਮੇਟ ਬਣਾ ਕੇ ਪੈਸੇ ਫੇਰ ਬਚ ਗਏ ਸੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਤੇ ਕਾਂਗਰਸ ਪਾਰਟੀ ਨੇ ਕੰਮ ਵੀ ਚੰਗੇ ਕੀਤੇ ਯਾਰ ਜੇ ਤੁਸੀਂ ਹਿਸਾਬ ਕਿਤਾਬ ਲਾ ਲਓ ਐਵੇਂ ਲੋਕ ਖੱਟਾ ਝੰਡਾ ਲਾਈ ਫਿਰਦੇ ਆ ਪਿੰਡਾਂ ਵਾਲਿਆਂ ਦਾ ਕਸੂਰ ਹੈ ਕਈ ਵਾਰੀ ਕਾਂਗਰਸ ਪਾਰਟੀ ਨੇ 22,000 ਰੁਪਇਆ ਪੈਨਸ਼ਨ ਵਧਾ ਕੇ ਦਿੱਤੀ 5 ਸਾਲਾਂ 'ਚ ਤੇ ਕਾਲੀਆਂ ਨੇ ਵਧਾ ਕੇ ਦਿੱਤੀ 250 10 ਸਾਲਾਂ 'ਚ ਹਜੇ ਕਾਂਗਰਸ ਮਾੜੀ ਹੈ ਕਾਲੀਆਂ ਨੇ ਵਧਾ ਕੇ ਦਿੱਤੀ 250 10 ਸਾਲਾਂ 'ਚ ਹਜੇ ਕਾਂਗਰਸ ਮਾੜੀ ਹੈ ਕੁੜੀ ਦੇ ਵਿਆਹ ਤੇ 15,000 ਦਿੰਦੀ ਰਹੀ ਕਾਲੀ ਦਾ ਲਾਲੇ ਤੇ ਕਾਂਗਰਸ ਪਾਰਟੀ ਨੇ 51,000 ਕੀਤਾ ਉਹਨਾਂ ਨੇ 10 ਸਾਲਾਂ 'ਚ 5 ਨਹੀਂ ਵਧਾਈ ਹਜੇ ਕਾਂਗਰਸ ਮਾੜੀ ਹੈ ਤੁਹਾਡੇ ਸਾਰਿਆਂ ਦੇ ਬਿਜਲੀ ਦੇ ਬਕਾਏ ਮਾਫ ਕੀਤੇ 2 ਕਿਲੋਵਾਟ 'ਚ 85% ਪਿੰਡ ਆ ਜਾਂਦਾ ਤੇ ਤਕਰੀਬਨ ਆਪਣੇ ਸਭ ਨੂੰ ਪੈਸਾ ਮਾਫ ਹੋਇਆ ਜਿਨ੍ਹਾਂ ਨੇ ਬਿੱਲ ਨਹੀਂ ਪੁਰਾਣੇ ਭਰੇ ਸੀ ਪੁਰਾਣੇ ਬਕਾਏ ਤੇ ਇਸ ਵਾਰੀ ਬਿਜਲੀ ਦੇ ਬਿੱਲ 3 ਰੁਪਏ ਸਸਤੀ ਬਿਜਲੀ ਹੈ ਸੱਚ ਕਰਕੇ ਕਹਿ ਦਿਓ ਜੇ ਸਾਰਿਆਂ ਨੂੰ ਅੱਧੇ ਪੈਸੇ ਬਿੱਲ ਨਹੀਂ ਆਇਆ ਤਾਂ ਦੱਸ ਦਿਓਗੇ ਐਤਕੀ ਚਰਨਜੀਤ ਸਿੰਘ ਚੰਨੀ ਨੇ ਬਿੱਲ ਅੱਧਾ ਆਇਆ ਜੇ ਆਇਆ ਤਾਂ ਤਾੜੀ ਮਾਰ ਦਿਓ 10 ਫਸਲਾਂ ਚੱਕੀਆਂ ਮੰਡੀ ਬਣਾ ਕੇ ਦਿੱਤੀ ਮੈਡਮ ਨੇ ਵਿੜਗਾ ਪਿੰਡ 'ਚ ਮੰਡੀ ਨਹੀਂ ਹੁੰਦੀ ਸੀ ਕਿੱਥੇ ਅਕਾਲੀ ਦਲ ਵਾਲੇ ਠੀਕ ਹੈ ਸਾਨੂੰ ਡਰਾਮੇ ਘੱਟ ਕਰਨੇ ਆਉਂਦੇ ਅਕਾਲੀ ਦਲ ਵਾਲੇ ਡਰਾਮੇ ਜ਼ਿਆਦਾ ਕਰਦੇ ਦੱਸੋ ਵਿੜਗਾ ਪਿੰਡ 'ਚ ਅਕਾਲੀ ਦਲ ਵਾਲਿਆਂ ਨੇ ਕੀ ਕੀਤਾ ਬਈ ਗਿਣਾਓ ਮੈਂ ਹੱਥ ਜੋੜ ਕੇ ਤੁਹਾਨੂੰ ਪੁੱਛਦਾ ਗਿਣਾਓ ਵੀ ਇਹ ਫਲਾਨੀ ਚੀਜ਼ ਅਕਾਲੀ ਦਲ ਨੇ ਕੀਤੀ ਹੈ ਬਣਾਓ ਬਈ ਗਿਣਾਓ ਜਿਹੜੀ ਲੋਕ ਟੈਲ ਦੀ ਇੱਕ ਗਲੀ ਵੀ ਬਣੀ ਹੈ ਤੁਹਾਡੇ ਪਿੰਡ ਇੱਕ ਵੀ ਕਾਂਗਰਸ ਨੇ ਬਣਾਈ ਹੈ ਤੇ 40 ਵੀ ਕਾਂਗਰਸ ਨੇ ਬਣਾਈਆਂ ਚਾਹੇ ਉਹ ਆਂਟੀ ਨੇ ਬਣਾਤੀਆਂ ਚਾਹੇ ਮੈਂ ਬਣਾਈਆਂ ਸਕੂਲ ਤੇ 10 ਸਾਲ ਵਿੜਗਾ ਦੇ ਸਕੂਲ ਤੇ ਕਿਸੇ ਨੇ ਪੰਜੀ ਨਹੀਂ ਲਾਈ 20 ਲੱਖ ਰੁਪਇਆ ਲਾਇਆ ਵਿੜਗਾ ਦੇ ਸਕੂਲ ਤੇ 30 ਲੱਖ 28 ਮੈਂ ਬਾਹਰੋਂ ਮੰਤਰੀਆਂ ਤੋਂ ਲਿਆ ਕੇ 28 ਲੱਖ ਰੁਪਇਆ ਕਹਿੰਦੇ ਲਾ ਚੁੱਕੇ ਫਿਰ ਕਾਂਗਰਸ ਕਿਵੇਂ ਮਾੜੀ ਤੁਹਾਡਾ ਸ਼ਮਸ਼ਾਨ ਘਾਟ ਤੇ 12-15 ਲੱਖ ਲਾ ਚੁੱਕੇ ਹੁਣ ਸਾਰੇ ਲੋਕ ਟੈਲ ਲਾ ਕੇ ਵਧੀਆ ਬਣਾਇਆ ਫੱਤਣ ਵਾਲੇ ਜਾ ਕੇ ਵੇਖ ਲਓ ਜਿਹੜੇ ਲੀਡਰ ਅਕਾਲੀ ਦਲ 'ਚ ਗਏ ਆ ਚਾਰੇ ਕੰਧਾਂ ਡਿੱਗੀਆਂ ਮੈਂ ਸ਼ਮਸ਼ਾਨ ਘਾਟ ਦੀਆਂ ਮਿੱਟੀ ਮੂੰਹ ਤੇ ਪੈਂਦੀ ਹੈ ਵੱਡੇ ਸਰਦਾਰਾਂ ਦਾ ਪਿੰਡ
ਇਹਦਾ ਮੈਂ ਮਾਫੀ ਮੰਗਦਾ, ਮੈਂ ਧਿਆਨ ਮਗਰੋਂ ਮਾਰਿਆ ਸੀ। ਅੱਜ ਮੈਨੂੰ ਲੱਗਦਾ ਨਹੀਂ ਕੋਈ ਸਹੂਲਤ, ਅੱਡੇ ਗਲੀਆਂ ਇਹ ਸਾਰੇ ਦਾ ਸਾਰਾ ਬਹੁਤ ਸਾਰੇ ਕੰਮ ਹੈ ਜਿਹੜੇ ਪਰਿਵਾਰ ਨੇ ਪਹਿਲਾਂ ਤੁਹਾਡੇ ਵੀ ਕੀਤੇ, ਸਰਦਾਰ ਹਰਚੰਦ ਸਿੰਘ ਬਰਾੜ ਵੇਲੇ ਕੀਤੇ। ਠੀਕ ਹੈ, ਅੱਜ ਥੋੜੇ ਜਿਹੇ ਮੇਰੇ ਵਰਗੇ ਮਤਲਬੀ ਹੋ ਗਏ। ਰੋਜ਼ ਗਾਉਂ ਭਾਲਦਾ ਬੰਦਾ, ਰੋਜ਼ ਹਰ ਵਿਅਕਤੀ ਰੋਜ਼ ਗਾਉਂ ਭਾਲਦਾ। ਬੱਸਾਂ ਦਾ ਕਿਰਾਇਆ ਮੇਰੀਆਂ ਮਾਵਾਂ ਦਾ, ਭੈਣਾਂ ਦਾ, ਘਰ ਵਾਲੀਆਂ ਤਾਂ ਤੁਹਾਡੀਆਂ ਹੀ ਐ, ਕੁੜੀਆਂ ਤਾਂ ਤੁਹਾਡੀਆਂ ਹੀ ਐ ਜਿਨ੍ਹਾਂ ਨੂੰ ਕਿਰਾਇਆ ਮਾਫ ਕੀਤਾ ਹੈ, ਆਪਣੀਆਂ ਧੀਆਂ। ਕਾਲੀਆਂ ਨੇ ਕੀ ਕੀਤਾ? ਕਰਜ਼ਾ ਮਾਫ। ਜਿੱਥੋਂ ਮਰਜ਼ੀ ਆਪਦੀ ਤਨਖਾਹ ਚੋਂ ਪੈਸੇ ਸਟਾ ਕੇ, ਮੈਨੂੰ ਕਦੇ ਕਿਸੇ ਨੇ ਦੱਸਿਆ ਨਹੀਂ ਤੇਰੀ ਗਲੀ ਹੈ ਜਾਂ ਇੱਕ ਹੋਰ ਟੁੱਟ ਹੈ, ਦੂਜੀਆਂ ਬਣੀਆਂ। ਉਹ ਦੋਵੇਂ ਗਲੀਆਂ ਮੇਰੇ ਤੋਂ 20 ਤਰੀਕ ਤੋਂ ਬਾਅਦ ਇੰਨੀ ਪੰਚਾਇਤ ਚ ਵਾਅਦਾ ਕਰਦਾ ਲੋਕ ਟੈਲ ਵਾਲੀਆਂ ਬਣੀਆਂ ਲੈ। ਦਰਸ਼ਨ ਦੀ ਗੱਲ ਸੁਣ ਲਾ, ਮੇਰੇ ਬਾਹਰ ਚ ਪਿਆ ਗਟਕਾ, ਭਾਵੇਂ ਅੱਜ ਲੈ ਜਾ ਚੱਕ ਕੇ। ਮੈਂ ਇਹਨੂੰ ਗੱਬਰ ਨੂੰ ਵੀ ਫੋਨ ਕੀਤੇ ਕਈ ਵਾਰੀ, ਗਟਕਾ ਲੈ ਜਾਓ, ਸਮਾਨ ਲੈ ਜਾਓ, ਕੋਈ ਲਿਆ ਹੀ ਨਹੀਂਗਾ ਸਮਾਨ ਚੱਕ ਕੇ। ਮੇਰੇ ਬਾਹਰ ਚ ਪਿਆ ਕਿਉਂ ਲੱਗ ਜੂਗਾ, ਸਭ ਕੁਝ ਬਣ ਜੂਗਾ, ਉਹਦਾ ਬਣ ਜੂਗਾ। ਨਹੀਂ ਪਰ ਇਹ ਗਟਕਾ ਕਿੰਨਾ ਚਿਰ ਹੋ ਗਿਆ ਗਟਕੇ ਕੇ ਪਏ ਨੂੰ? ਮੈਨੂੰ ਤਾਂ ਹੋ ਗਏ ਘੱਟੋ ਘੱਟ 2 ਮਹੀਨੇ 3 ਹੋ ਗਏ ਕਹਿੰਦੇ ਨੂੰ। ਨਹੀਂ ਹੁਣ ਉਹਦੇ ਚ ਗਟਕਾ ਪਿਆ ਨਹੀਂ ਪਿਆ, ਮੈਂ ਤਾਂ ਉਹਨਾਂ ਨੇ ਚੱਕ ਲਿਆ, ਪਾਇਆ ਪਿਆ, ਪਾਇਆ ਪਿਆ। ਇਹ ਤਾਂ ਪ੍ਰਤਾਪ ਕਾਲੀ ਦੀ ਗੱਲ ਹੈ, ਇਹਦੀ ਗਲੀ ਤਾਂ ਪਰੇ ਆ। ਭਾਈ ਜਿੱਥੇ ਗਟਕਾ ਪਾਇਆ ਪਿਆ ਉੱਥੇ ਸਵੇਰੇ ਮੈਂ ਕਹਿੰਦਾ ਲੋਕਡਾਊਨ ਲਿਆਓ ਤੇ ਬਣਾਓ, ਕਿਉਂਕਿ ਉਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ, ਉਹ ਕੋਰਟ 'ਚ ਨਹੀਂ ਹੈ। ਸਵੇਰੇ ਤੇਰਾ ਮਿਸਤਰੀ ਭਾਲੋ, ਸਵੇਰੇ ਚਿੰਲਾ ਦੇਣਾ, ਸਵੇਰੇ ਚਲਾ ਦੇਣਾ, ਮੇਰੀ ਜ਼ਿੰਮੇਵਾਰੀ ਹੈ ਯਾਰ। ਹੁਣ ਮੈਂ ਦਿੱਲੀ ਗਿਆ, ਮੈਨੂੰ ਯਾਦ ਆ 2012 ਦਾ ਇਲੈਕਸ਼ਨ। 2012 ਦੇ ਵਿੱਚ ਤੁਸੀਂ ਲੋਕਾਂ ਨੇ, ਪਿੰਡ ਵਾਲਿਆਂ ਨੇ ਜਾ ਕੇ ਗਿੱਦੜਬਾਹ ਦੇ ਲੋਕਾਂ ਨੂੰ, ਆਪਦੀਆਂ ਰਿਸ਼ਤੇਦਾਰੀਆਂ ਨੂੰ ਕਿਹਾ, ਬੇਸ਼ੱਕ ਤੁਹਾਡਾ ਕਿਸੇ ਨਾਲ ਵੀ ਇੱਥੋਂ ਤਾਲੁਕਾਤ ਰਿਹਾ ਪਿੰਡ ਵਾਲਿਆਂ ਦਾ, ਕੋਈ ਕਾਲੀ ਵੀ ਸੀਗਾ, ਕੋਈ ਕਾਮਰੇਡ ਸੀਗਾ, ਲੇਕਿਨ ਉਹਨਾਂ ਸਾਰਿਆਂ ਨੇ ਜਥੇਦਾਰ ਸਪੂਰਨ ਸਿੰਘ ਦੇ ਪੋਤੇ ਦੀ ਮਦਦ ਕਰਕੇ, ਕਿਸੇ ਨੇ 5 ਵੋਟਾਂ, ਕਿਸੇ ਨੇ 10 ਵੋਟਾਂ, ਕਿਸੇ ਨੇ 25 ਵੋਟਾਂ, ਤੁਸੀਂ ਵਿੜਗਾ ਪਿੰਡ ਵਾਲੇ ਮੈਨੂੰ ਪਵਾ ਕੇ ਆਏ ਹੋ। ਤੇ ਪਿੰਡ ਦਾ ਮੋਹ ਵੀ ਆਉਂਦਾ ਰਹਿੰਦਾ, ਬੇਸ਼ੱਕ ਮੈਂ ਚੰਡੀਗੜ੍ਹ ਰਵਾਂ ਤੇ ਭਾਵੇਂ ਮੁਕਤਸਰ ਰਵਾਂ, ਪਰ ਜਿਹੜਾ ਪਿੰਡ ਨਾਲ ਮੋਹ ਹੁੰਦਾ ਉਹ ਕਿਤੇ ਨਹੀਂ ਹੁੰਦਾ, ਭਾਵੇਂ ਕਿਤੇ ਬੰਦਾ ਦੁਨੀਆ 'ਚ ਚਲਾ ਜਾਵੇ, ਕਿੱਡਾ ਵੱਡਾ ਮਰਜ਼ੀ ਬਣ ਜਾਵੇ। ਪਰ ਇੱਕ ਗੱਲ ਦੀ ਮਾਫੀ ਮੰਗਦਾ ਮੈਂ ਤੁਹਾਡੇ ਤੋਂ, ਕਿਉਂਕਿ ਹਲਕਾ ਮੁਕਤਸਰ ਸੀ, ਮੈਂ ਮਗਰੋਂ ਜੇ ਤਵੱਜੋ ਦਿੱਤੀ ਤੁਹਾਡੇ ਪਿੰਡ 'ਚ, ਆਪਣੇ ਪਿੰਡ 'ਚ, ਤੇ ਮੇਰਾ ਖਿਆਲ ਜੋ ਤੁਸੀਂ ਕੰਮ ਕਹੇ, ਸਾਰੀਆਂ ਸੜਕਾਂ ਮੈਂ 18 ਫੁੱਟ ਦੀਆਂ ਕਰ ਰਿਹਾ ਤੁਹਾਡੇ ਪਿੰਡ, ਆਪਣੇ ਪਿੰਡ ਦੀ ਸਾਰੀਆਂ। ਸਕੂਲ 'ਚ ਪੈਸੇ ਲਾਤੇ, ਆਂਗਣਵਾੜੀ ਚਲਾਤੇ, ਆਰਓ ਲਾਤੇ, ਜੋ ਤੁਸੀਂ ਮੈਨੂੰ ਪੈਸੇ ਕਹੇ ਸੀ ਜਦੋਂ ਮੈਂ ਮੰਤਰੀ ਬਣ ਕੇ ਆਇਆ ਸੀ, ਉਹ ਸਾਰੇ ਪੈਸੇ ਲੱਗੀ ਜਾ ਰਹੇ ਹੈ, ਕੁਝ ਲੱਗੇ ਕੁਝ ਲੱਗੀ ਜਾ ਰਹੇ। ਐਵੇਂ ਹੈ ਕਿ ਗਲਤ ਹੈ ਕਿ ਕੋਈ ਵਾਅਦਾ ਖਿਲਾਫੀ ਹੋਈ ਹੈ ਜੋ ਮੈਂ ਕਹਿ ਕੇ ਗਿਆ? ਇਸ ਦੇ ਬਾਵਜੂਦ ਵੀ ਆ ਜਿਹੜੀ ਹੁਣ ਸੜਕ ਹੈ, ਇਹ ਵੀ ਲੋਕਾਂ ਦੀ, ਆ ਜਿਹੜੀਆਂ ਸੜਕ ਤੋਂ ਆਉਂਦੀਆਂ ਥੱਲੇ ਨੂੰ ਲੈਣਗੀਆਂ 3-4 ਭਾਰਤੀ ਦੇ ਘਰ ਤੋਂ ਗਾਂ, ਇਹ ਸਾਰੀਆਂ ਲੋਕਾਂ ਦੀਆਂ। ਉਹ ਜਿਹੜੀ ਪੱਪੂ ਹੋਰਾਂ ਦੇ ਘਰ ਕੋਲੋਂ ਜਾਂਦੀ ਉਹ ਵੀ 18 ਫੁੱਟ, ਉਹ ਫਿਰਨੀ ਵੀ 18 ਫੁੱਟ ਪਾਸ ਕਰਾਤੀਆਂ। ਛੱਪੜ ਤੇ 600 ਕਿੱਲਾ ਜਿਨ੍ਹਾਂ ਦੀ ਜ਼ਮੀਨ ਉੱਥੇ ਪਾਣੀ 'ਚ ਖੜੀ ਹੈ। ਕਿਹੜੇ ਜਲਸੇ 'ਚ 20 ਲੱਖ ਰੁਪਇਆ ਉਹ ਕਹਿੰਦੇ ਸੀ ਲਿਫਟ ਪੰਪ ਕਰਕੇ ਅਸੀਂ ਪਾਣੀ ਸਿੱਟਾਂਗੇ, ਉਹਦੇ ਵਾਸਤੇ 25 ਲੱਖ ਰੁਪਇਆ, ਤਾਂ ਜੋ ਮੇਰੇ ਭਰਾ, ਭਾਵੇਂ ਉਹ ਕਿਸੇ ਦੀ ਜ਼ਮੀਨ ਹੈ ਪਰ ਮੇਰੇ ਪਿੰਡ ਦੇ ਲੋਕਾਂ ਦੀ ਜ਼ਮੀਨ ਹੈ, ਉਹਦੇ 'ਚ ਪਾਣੀ ਨਾ ਖੜਾ ਹੋਵੇ, ਉਹ ਕਹਿੰਦੇ ਸਕੀਮ ਨਾਲ। ਤੇ ਛੱਪੜ ਵਾਸਤੇ ਵੀ 25 ਲੱਖ ਰੁਪਇਆ ਆਪਾਂ ਮਨਜ਼ੂਰ ਕੀਤਾ, ਤਾਂ ਜੋ ਆਪਣੇ ਪਿੰਡ ਦਾ ਛੱਪੜ ਦਾ ਬਹੁਤ ਮਾੜਾ ਹਾਲ ਹੈ, ਇਹਨੂੰ ਕੋਈ 4 ਸਫੇਰਾ ਕਰਕੇ ਇਹਨੂੰ ਠੀਕ ਕਰ ਲਈ। ਕਹਿਣ ਦਾ ਮਤਲਬ ਮੈਂ ਸਾਡੇ ਸਤਿਕਾਰਯੋਗ ਆਂਟੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਵਿੜਗਾ ਪਿੰਡ ਦੀ ਜ਼ਿੰਮੇਵਾਰੀ, ਤੁਸੀਂ ਇਸ ਪਿੰਡ ਦੇ ਮਾਲਕ ਹੋ, ਤੁਸੀਂ ਪਿੰਡ ਦੇ ਹਲਕੇ ਦੇ ਇੰਚਾਰਜ ਹੋ, ਤੁਸੀਂ ਇੱਥੋਂ ਐਮਐਲਏ ਬਣੇ ਹੋ, ਤੁਹਾਨੂੰ ਵੋਟਾਂ, ਤੁਹਾਡਾ ਇਸ ਪਿੰਡ ਨਾਲ ਬਹੁਤ ਵਧੀਆ ਰਿਸ਼ਤਾ ਹੈ, ਪਿਆਰ ਹੈ, ਪਰ ਜਿਹੜੀ ਡਿਵੈਲਪਮੈਂਟ ਕਰਾਊਂਗਾ ਮੈਂ ਕਿੱਥੋਂ ਮਰਜ਼ੀ ਪੈਸਾ ਲਿਆਵਾਂ। ਮੇਰੀ ਬੇਨਤੀ ਹੈ ਤੁਸੀਂ ਮੇਰੇ ਤੇ ਆਸ਼ੀਰਵਾਦ ਰੱਖਣਾ ਮੈਡਮ ਆਂਟੀ, ਇਸ ਪਿੰਡ 'ਚ ਰੁਪਈਆ ਵੀ ਜੇ ਲਾਉਣਾ ਤੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਉਹ ਤੁਹਾਡਾ ਮੁੰਡਾ ਜਿੱਥੋਂ ਮਰਜ਼ੀ ਲਿਆ ਕੇ ਲਾ ਦੂਗਾ, ਸਾਰੀਆਂ ਜ਼ਿੰਮੇਵਾਰੀਆਂ ਮੇਰੀਆਂ ਵਿੜਗਾ ਪਿੰਡ। ਪਰ ਇਹਦੇ ਨਾਲ ਇੱਕ ਬੇਨਤੀ ਹੈ ਮੇਰੀ,
ਪਿੰਡਾਂ ਦੇ ਵਿੱਚੋਂ ਵੋਟਾਂ ਘਟਦੀਆਂ ਵੀ ਹੁੰਦੀਆਂ ਵੱਧਦੀਆਂ ਵੀ ਹੁੰਦੀਆਂ। 64 ਪਿੰਡ ਹੈ, ਸਾਰੇ ਪਿੰਡ ਵਧਣੇ ਨਹੀਂ ਤੇ ਸਾਰੇ ਪਿੰਡ ਘਟਣੇ। ਗਿੱਦੜਵਾ ਵੀ ਐਵੇਂ ਹੈ। ਲੇਕਿਨ ਯਾਰ ਜੇ ਕਿਤੇ ਵਿੜਗਾ ਪਿੰਡ ਤੋਂ 300-400 ਵੋਟ ਨਾ ਪੜੀ ਵਧੀ ਤਾਂ ਮੇਰੀਆਂ ਮੁੱਛਾਂ ਮੈਨੂੰ ਥੱਲੇ ਕਰਨੀਆਂ ਪੈਣੀਆਂ। ਇੱਕ ਗੱਲ ਦਾ ਧਿਆਨ ਰੱਖਿਓ ਜੋ, ਫਿਰ ਉਹ ਗੱਲ ਬਣਨੀ। ਕਿਉਂਕਿ ਲੋਕ ਆਖਣਗੇ ਰਾਜੇ ਵੜਿੰਗ ਦੇ ਪਿੰਡ ਚੋਂ 50 ਵੋਟਾਂ ਹੀ ਵਧੀਆਂ, ਉਹਦਾ ਸਵਾਦ ਨਹੀਂ ਆਉਣਾ। ਜਦੋਂ ਡੱਬੇ ਖੁੱਲਣ ਤੇ ਕਹਿਣ ਕਿ ਕੱਲਾ ਵਿੜਗਾ ਪਿੰਡ 5 ਪਿੰਡਾਂ ਨੂੰ ਖਾ ਗਿਆ, ਬਈ ਕੱਲਾ ਪਿੰਡ ਦੀਆਂ ਇੰਨੀ ਗਿਣਤੀ ਵਧੀ ਪਿੰਡ ਨੂੰ ਖਾ ਗਿਆ। ਤੁਸੀਂ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਜਿਹੜਾ ਵੀ ਜਿਹੜਾ ਕੰਮ ਹੈ ਕਿਸੇ ਦਾ ਪਈ ਦਾ, ਨਾਲੇ ਦਾ, ਖਾਲੇ ਦਾ, ਸਕੂਲ ਦਾ, ਧਰਮਸ਼ਾਲਾ ਦਾ, ਸੜਕ ਦਾ, ਆ ਸਾਰੇ ਐਸਟੀਮੇਟ ਲਵਾਤੇ ਹੈ। ਚੋਣ ਜਾਬਤਾ ਲੱਗ ਗਿਆ ਨਹੀਂ। 60-70 ਲੱਖ ਰੁਪਏ ਦੇ ਮੰਡੀ ਬੋਰਡ ਦੇ ਐਸਟੀਮੇਟ ਹੈ। ਇਸ ਗਲੀ ਦਾ ਵੀ ਐਸਟੀਮੇਟ ਲਾਤਾ, ਜਿਹੜੀ ਭੀੜੀ ਗਲੀ ਹੈ, ਜਿਹੜੀ ਉਹ ਤੁਹਾਡੇ ਘਰ ਵਾਲੀ ਸੜਕ ਹੈ, ਉਹਦਾ ਵੀ ਐਸਟੀਮੇਟ ਲਾਤਾ ਹੈ। ਲੋਕ ਟਾਈਲ ਦਾ ਕੋਈ ਗਲੀ ਨਹੀਂ ਕੱਚੀ ਛੱਡੀ, ਕਿਉਂਕਿ ਐਸਟੀਮੇਟ ਬਣਾ ਕੇ ਪੈਸੇ ਫੇਰ ਬਚ ਗਏ ਸੀ। ਸੋ ਮੇਰੀ ਤੁਹਾਨੂੰ ਬੇਨਤੀ ਹੈ, ਤੇ ਕਾਂਗਰਸ ਪਾਰਟੀ ਨੇ ਕੰਮ ਵੀ ਚੰਗੇ ਕੀਤੇ ਯਾਰ। ਜੇ ਤੁਸੀਂ ਹਿਸਾਬ ਕਿਤਾਬ ਲਾ ਲਓ, ਐਵੇਂ ਲੋਕ ਖੱਟਾ ਝੰਡਾ ਲਾਈ ਫਿਰਦੇ ਆ। ਪਿੰਡਾਂ ਵਾਲਿਆਂ ਦਾ ਕਸੂਰ ਹੈ। ਕਈ ਵਾਰੀ ਕਾਂਗਰਸ ਪਾਰਟੀ ਨੇ 22,000 ਰੁਪਇਆ ਪੈਨਸ਼ਨ ਵਧਾ ਕੇ ਦਿੱਤੀ 50 ਸਾਲਾਂ 'ਚ, ਤੇ ਕਾਲੀਆਂ ਨੇ ਵਧਾ ਕੇ ਦਿੱਤੀ 250 10 ਸਾਲਾਂ 'ਚ। ਹਜੇ ਕਾਂਗਰਸ ਮਾੜੀ ਹੈ। ਕੁੜੀ ਦੇ ਵਿਆਹ ਤੇ 15,000 ਦਿੰਦੀ ਰਹੀ ਕਾਲੀ ਦਾ ਲਾਲੇ, ਤੇ ਕਾਂਗਰਸ ਪਾਰਟੀ ਨੇ 51,000 ਕੀਤਾ। ਉਹਨਾਂ ਨੇ 10 ਸਾਲਾਂ 'ਚ 5 ਨਹੀਂ ਵਧਾਈ। ਹਜੇ ਕਾਂਗਰਸ ਮਾੜੀ ਹੈ। ਤੁਹਾਡੇ ਸਾਰਿਆਂ ਦੇ ਬਿਜਲੀ ਦੇ ਬਕਾਏ ਮਾਫ ਕੀਤੇ ਹੈ। 2 ਕਿਲੋਵਾਟ 'ਚ 85% ਪਿੰਡਾਂ ਦਾ ਪਿੰਡ ਆ ਜਾਂਦਾ ਹੈ, ਤੇ ਤਕਰੀਬਨ ਆਪਣੇ ਸਭ ਨੂੰ ਪੈਸਾ ਮਾਫ ਹੋਇਆ ਜਿਨ੍ਹਾਂ ਨੇ ਬਿੱਲ ਨਹੀਂ ਪੁਰਾਣੇ ਭਰੇ ਸੀ, ਪੁਰਾਣੇ ਬਕਾਏ। ਤੇ ਇਸ ਵਾਰੀ ਬਿਜਲੀ ਦੇ ਬਿੱਲ 3 ਰੁਪਏ ਸਸਤੀ ਬਿਜਲੀ ਹੈ। ਸੱਚ ਕਰਕੇ ਕਹਿ ਦਿਓ, ਜੇ ਸਾਰਿਆਂ ਨੂੰ ਅੱਧੇ ਪੈਸੇ ਬਿੱਲ ਨਹੀਂ ਆਇਆ ਤਾਂ ਦੱਸ ਦਿਓਗਾ। ਐਤਕੀ ਚਰਨਜੀਤ ਸਿੰਘ ਚੰਨੀ ਨੇ ਬਿੱਲ ਅੱਧਾ ਆਇਆ, ਜੇ ਆਇਆ ਤਾਂ ਤਾੜੀ ਮਾਰ ਦਿਓ। 10 ਫਸਲਾਂ ਚੱਕੀਆਂ, ਮੰਡੀ ਬਣਾ ਕੇ ਦਿੱਤੀ ਮੈਡਮ ਨੇ। ਵਿੜਗਾ ਪਿੰਡ 'ਚ ਮੰਡੀ ਨਹੀਂ ਹੁੰਦੀ ਸੀ, ਕਿੱਥੇ ਅਕਾਲੀ ਦਲ ਵਾਲੇ। ਠੀਕ ਹੈ, ਸਾਨੂੰ ਡਰਾਮੇ ਘੱਟ ਕਰਨੇ ਆਉਂਦੇ ਆ। ਅਕਾਲੀ ਦਲ ਵਾਲੇ ਡਰਾਮੇ ਜ਼ਿਆਦਾ ਕਰਦੇ। ਦੱਸੋ ਵਿੜਗਾ ਪਿੰਡ 'ਚ ਅਕਾਲੀ ਦਲ ਵਾਲਿਆਂ ਨੇ ਕੀ ਕੀਤਾ ਬਈ, ਗਿਣਾਓ। ਮੈਂ ਹੱਥ ਜੋੜ ਕੇ ਤੁਹਾਨੂੰ ਪੁੱਛਦਾ, ਗਿਣਾਓ ਵੀ ਇਹ ਫਲਾਨੀ ਚੀਜ਼ ਅਕਾਲੀ ਦਲ ਨੇ ਕੀਤੀ ਹੈ। ਬਣਾਓ ਬਈ, ਗਿਣਾਓ। ਜਿਹੜੀ ਲੋਕ ਟਾਈਲ ਦੀ ਇੱਕ ਗਲੀ ਵੀ ਬਣੀ ਹੈ ਤੁਹਾਡੇ ਪਿੰਡ, ਇੱਕ ਵੀ ਕਾਂਗਰਸ ਨੇ ਬਣਾਈ ਹੈ, ਤੇ 40 ਵੀ ਕਾਂਗਰਸ ਨੇ ਬਣਾਈਆਂ। ਚਾਹੇ ਉਹ ਆਂਟੀ ਨੇ ਬਣਾਤੀਆਂ, ਚਾਹੇ ਮੈਂ ਬਣਾਈਆਂ। ਸਕੂਲ ਤੇ 10 ਸਾਲ ਵਿੜਗਾ ਦੇ ਸਕੂਲ ਤੇ ਕਿਸੇ ਨੇ ਪੰਜੀ ਨਹੀਂ ਲਾਈ। 20 ਲੱਖ ਰੁਪਇਆ ਲਾਇਆ ਵਿੜਗਾ ਦੇ ਸਕੂਲ ਤੇ। 30 ਲੱਖ 28, ਮੈਂ ਬਾਹਰੋਂ ਮੰਤਰੀਆਂ ਤੋਂ ਲਿਆ ਕੇ 28 ਲੱਖ ਰੁਪਇਆ ਕਹਿੰਦੇ ਲਾ ਚੁੱਕੇ ਹੈ। ਫਿਰ ਕਾਂਗਰਸ ਕਿਵੇਂ ਮਾੜੀ ਹੈ? ਤੁਹਾਡਾ ਸ਼ਮਸ਼ਾਨ ਘਾਟ ਤੇ 12-15 ਲੱਖ ਲਾ ਚੁੱਕੇ ਹੈ। ਹੁਣ ਸਾਰੇ ਲੋਕ ਟੈਲ ਲਾ ਕੇ ਵਧੀਆ ਬਣਾਇਆ। ਫੱਤਣ ਵਾਲੇ ਜਾ ਕੇ ਵੇਖ ਲਓ, ਜਿਹੜੇ ਲੀਡਰ ਅਕਾਲੀ ਦਲ 'ਚ ਗਏ ਹੈ, ਚਾਰੇ ਕੰਧਾਂ ਡਿੱਗੀਆਂ ਮੈਂ ਸ਼ਮਸ਼ਾਨ ਘਾਟ ਦੀਆਂ, ਮਿੱਟੀ ਮੂੰਹ ਤੇ ਪੈਂਦੀ ਹੈ। ਵੱਡੇ ਸਰਦਾਰਾਂ ਦਾ ਪਿੰਡ ਹੈ ਇਹ। ਤਾਂ ਮੈਂ ਮਾਫੀ ਮੰਗਦਾ, ਮੈਂ ਧਿਆਨ ਮਗਰੋਂ ਮਾਰਿਆ ਸੀ। ਅੱਜ ਮੈਨੂੰ ਲੱਗਦਾ ਨਹੀਂ ਕੋਈ ਸਹੂਲਤ, ਅੱਡੇ ਗਲੀਆਂ, ਇਹ ਸਾਰੇ ਦਾ ਸਾਰਾ ਬਹੁਤ ਸਾਰੇ ਕੰਮ ਹੈ ਜਿਹੜੇ ਪਰਿਵਾਰ ਨੇ ਪਹਿਲਾਂ ਤੁਹਾਡੇ ਵੀ ਕੀਤੇ। ਸਰਦਾਰ ਹਰਚੰਦ ਸਿੰਘ ਬਰਾੜ ਵੇਲੇ ਕੀਤੇ। ਠੀਕ ਹੈ, ਅੱਜ ਥੋੜੇ ਜਿਹੇ ਮੇਰੇ ਵਰਗੇ ਮਤਲਬੀ ਹੋ ਗਏ। ਰੋਜ਼ ਗਾਉਂ ਭਾਲਦਾ ਬੰਦਾ, ਰੋਜ਼ ਹਰ ਵਿਅਕਤੀ ਰੋਜ਼ ਗਾਉਂ ਭਾਲਦਾ। ਬੱਸਾਂ ਦਾ ਕਿਰਾਇਆ, ਮੇਰੀਆਂ ਮਾਵਾਂ ਦਾ, ਭੈਣਾਂ ਦਾ, ਘਰ ਵਾਲੀਆਂ ਤਾਂ ਤੁਹਾਡੀਆਂ ਹੀ ਐ, ਕੁੜੀਆਂ ਤਾਂ ਤੁਹਾਡੀਆਂ ਹੀ ਐ ਜਿਨ੍ਹਾਂ ਨੂੰ ਕਿਰਾਇਆ ਮਾਫ ਕੀਤਾ ਹੈ, ਆਪਣੀਆਂ ਧੀਆਂ। ਕਾਲੀਆਂ ਨੇ ਕੀ ਕੀਤਾ? ਕਰਜ਼ਾ ਮਾਫ। ਝੰਡੇ ਲੋਕ ਲਾਉਂਦੇ ਅਕਾਲੀ ਦਲ ਦੇ। 5 ਵਾਰੀ ਮੁੱਖ ਮੰਤਰੀ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਇੱਕ ਬੰਦੇ ਦਾ ਕਰਜ਼ਾ ਕਿਸੇ ਕੱਟੜ ਅਕਾਲੀ ਦਾ ਕੀਤਾ ਤਾਂ ਦੱਸ ਦਿਓ ਤੁਹਾਡੇ ਪਿੰਡ, ਆਪਣੇ ਪਿੰਡ। ਅਸੀਂ ਕੀਤੇ, ਭਾਵੇਂ 100 ਦਾ ਕੀਤਾ, ਭਾਵੇਂ 40 ਦਾ ਕੀਤਾ, ਪਰ ਕਾਂਗਰਸ ਨੇ ਕੀਤਾ। ਉਹਨਾਂ ਨੇ ਰੁਪਈਆ ਵੀ ਨਹੀਂ ਕਿਸੇ ਨੇ ਦਿੱਤਾ। ਜੇ ਦਿੱਤਾ ਤਾਂ ਦੱਸ ਦਿਓ। ਜੇਲ੍ਹ ਜਿਹੜੇ ਕੱਟ ਕੇ ਆਏ ਉਹਨੂੰ 200 ਰੁਪਏ ਦਾ ਸਰੋਪਾ ਦਿੰਦੇ ਆ ਵੀ ਇਹਨੇ ਬਾਦਲ ਦਾ ਜੇਲ੍ਹ ਕੱਟੀ ਸੀ। ਪਿੰਡ ਦਾ ਕਿਹੜਾ ਬੰਦਾ ਨੌਕਰੀ ਲਾਇਆ?
ਹੋ ਸਕਦਾ ਬਰਾੜ ਪਰਿਵਾਰ ਨੇ ਤਾਂ ਕਿਸੇ ਇੱਕ ਅੱਧੇ ਨੂੰ ਲਾਤਾ ਹੋਵੇ। ਕਾਲੀਆਂ ਨੇ ਦੱਸੋ ਕਿਹੜਾ ਬੰਦਾ ਲਾਇਆ ਬਈ, ਦੱਸ ਦਿਓ ਵੀ ਵਿੜੀਆਂ ਲਿਓ। ਮੈਂ ਤਾਂ ਕਹਿੰਦਾ ਤੁਹਾਡੇ ਪਿੰਡ ਦਾ ਮੁੰਡਾ, ਮੈਂ ਇੱਥੇ ਮੰਤਰੀ ਤੇ ਐਮਐਲਏ ਬਣ ਕੇ ਨਹੀਂ ਆਇਆ, ਮੈਂ ਤੁਹਾਡਾ ਪੁੱਤ ਬਣ ਕੇ ਆਇਆ, ਤੁਹਾਡਾ ਭਰਾ ਬਣ ਕੇ ਆਇਆ, ਕਿਸੇ ਦਾ ਚਾਚਾ ਤਾਇਆ ਬਣ ਕੇ ਆਇਆ ਹੈਗਾ। ਯਾਰ ਮੈਨੂੰ ਕਈ ਚਿੱਟੀ ਦਾੜੀ ਵਾਲੇ ਕਹਿ ਦਿੰਦੇ ਚਾਚਾ ਕੀ ਹਾਲ ਹੈ, ਮੈਂ ਉਹਦੇ ਪੈਰੀ ਹੱਥ ਲਾਉਣਾ, ਉਹ ਕਹਿੰਦੇ ਨਹੀਂ ਯਾਰ ਤੂੰ ਸਾਡਾ ਚਾਚਾ ਲੱਗਦਾ। ਮੈਨੂੰ ਤਾਂ ਆਦਤ ਜੀ ਪੈ ਗਈ ਪੈਰੀ ਹੱਥ ਲਾਉਣ। ਮੇਰਾ ਨੁਕਸਾਨ ਹੀ ਹੋਇਆ ਸਿਆਸਤ 'ਚ, ਬਾਦਲਾਂ ਨਾਲ ਦੁਸ਼ਮਣੀ, ਫਲਾਣੇ ਨਾਲ ਦੁਸ਼ਮਣੀ, ਹਰੇਕ ਕਹਿੰਦਾ ਵੜਿੰਗ ਨੂੰ ਅੰਦਰ ਕਰ ਦੇਣਾ। ਕੋਈ ਮਾੜਾ ਬੋਲਦਾ, ਕੋਈ ਮੇਰੇ ਦਾਦੇ ਬਾਰੇ ਮਾੜਾ ਬੋਲਦਾ, ਉਹ ਬੋਲਦਾ ਨਹੀਂ, ਉਹਨੂੰ ਬੁਲਾਇਆ ਜਾਂਦਾ। ਕਹਿੰਦੇ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਪਿਸਤੌਲ ਪਿੱਛੇ ਟਿਕਟ ਵੇਚਦੀ। ਦੱਸੋ ਬਈ ਵੇਚੀ? ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਜੰਮਿਆ ਨਹੀਂ ਸੀ। ਇਹਦਾ ਮਾਸਟਰ ਮੇਰੀ ਅੰਕਲ ਦੱਸ ਸਕਦੇ। ਕਾਂਗਰਸ ਲਈ ਪ੍ਰਚਾਰ ਕਰਨ ਲਈ ਕੀ ਕਹਿਣਾ ਚਾਹੁੰਦੇ ਸੀ? ਯਾਰ ਸਾਡਾ ਜੱਦੀ ਪਿੰਡ ਤਾਂ ਮੈਂ ਪਹੁੰਚਦਾ ਹੀ ਰਹਿਣਾ। मैं आपदे आंटी वास्ते करण कौर बराड़ जी वास्ते वोट मंगण वास्ते आया है, तो मेरा फर्ज बनता कि पिंड च आके हाज़री लवावां ते लोकां नूं आपदे चाचे तायां नूं बेनती करां कि वध तों वध वोटां पा के कांग्रेस पार्टी नूं इत्थों भेजो ते ये सीट जित्तीए। ਮੋਦੀ ਸਾਹਿਬ ਦੀ ਜਿਹੜੀ ਹੁਣ ਰੈਲੀ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਵਿੱਚ 20 ਤਰੀਕ ਤੱਕ ਉਹਨਾਂ ਦੇ ਵੱਲੋਂ ਕੀ ਕਹਿੰਦੇ ਰੈਲੀਆਂ ਕੀਤੀਆਂ ਜਾਣੀਆਂ, ਕਿਵੇਂ ਦੇਖਦੇ ਹੋ? पता नहीं रैली करूगा तो कि मोदी साहब दोबारा फिर उस तरह का कोई ड्रामा करेंगे कि मैनू जिथे रश ना होया कि मैनू खतरा सी जान दा। सो मोदी साहब दीयां रैलियां दा, प्रधानमंत्री जी दी रैलियां दा सानू कोई फर्क नहीं पैंदा। एक भी सीट ਅੱਜ ਬੀਜੇਪੀ ਨੂੰ मैं चैलेंज करदा पंजाब ਦੇ ਵਿੱਚ ਨਹੀਂ ਆਏ। ਚੰਨੀ ਸਾਹਿਬ ਨੇ 2 ਟਿਕਟਾਂ ਤੇ ਇਲੈਕਸ਼ਨ ਇਹਨੂੰ ਕਿਵੇਂ ਦੇਖ ਰਹੇ ਹੋ? ਹਾਂਜੀ, ਚੰਨੀ ਸਾਹਿਬ 2 ਟਿਕਟਾਂ ਤੇ ਲੜਦਾ ਤੇ 116 ਸੀਟਾਂ ਤੇ ਕਾਂਗਰਸ ਰਹੇਗੀ, ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਚੰਗੀ ਗੱਲ ਹੈ ਜੀ। ਇੱਕ ਚੰਗਾ ਸੁਨੇਹਾ ਔਰ ਮੈਸੇਜ ਜਾਂਦਾ ਉੱਥੇ ਦੇ ਲੋਕਾਂ ਨੂੰ। ਪਤੌੜ ਜਿਹੜੀ ਸੀਟ ਹੈ, ਕੋਈ ਇੱਥੇ ਅਸੀਂ ਮਗਰਲੇ ਕਈ ਸਾਲਾਂ ਤੋਂ ਚੋਣ ਨਹੀਂ ਜਿੱਤ ਰਹੇ ਸੀ। ਕਈ ਸਾਲਾਂ ਤੋਂ ਇੱਥੇ ਪਿਛਲੇ ਵੀ ਆਮ ਆਦਮੀ ਪਾਰਟੀ ਸੀ, ਉਸ ਤੋਂ ਪਹਿਲਾਂ ਵੀ ਅਸੀਂ 2-3 ਵਾਰੀ ਇਹ ਚੁਣਾਵ ਹਾਰ ਚੁੱਕੇ ਸੀ। ਮੈਨੂੰ ਲੱਗਦਾ ਜਿੱਥੇ ਔਖੀ ਸੀਟ ਹੈ, ਟਫ ਸੀਟ ਹੈ, ਉੱਥੇ ਜਾ ਕੇ ਸਰਦਾਰ ਚੰਨੀ ਸਾਹਿਬ ਨੂੰ ਲੜਨਾ ਚਾਹੀਦਾ ਸੀ, ਇਸ ਕਰਕੇ ਉੱਥੇ ਲੜ ਰਹੇ ਨੇ। ਤੁਸੀਂ 111 ਦਿਨਾਂ ਦੀਆਂ ਪ੍ਰਾਪਤੀਆਂ ਕਰਾਉਣੀਆਂ, ਚੰਨੀ ਸਾਹਿਬ ਨੇ ਬੜੇ ਵਿਕਾਸ ਦੇ ਕੀਤੇ। ਤੁਹਾਡੇ ਵਿਰੋਧੀ ਇਸ ਗੱਲ ਨੂੰ ਕਹਿੰਦੇ ਆ ਵੀ ਚੰਨੀ ਸਾਹਿਬ ਨੇ 111 ਚ ਬੜੀ ਮਲਾਈ ਕੀਤੀ। ਈਡੀ ਦੇ ਰੇਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਇਹ ਦੱਸੋ ਵੀ ਬਿਜਲੀ ਦੇ ਬਿੱਲ ਘਟੇ ਕਿ ਨਹੀਂ ਘਟੇ? ਘਟੇ ਸਰ। ਬਿਜਲੀ ਦੇ ਬਕਾਏ ਮਾਫ ਹੋਏ ਕਿ ਨਹੀਂ ਹੋਏ? ਪੈਟਰੋਲ ਡੀਜ਼ਲ ਦੇ ਰੇਟ ਘਟੇ ਕਿ ਨਹੀਂ ਕਰੇ? ਮੇਰਾ ਘਰ ਮੇਰੇ ਨਾਮ, ਉਹ ਜਿਹੜਾ ਬਿੱਲ ਆਇਆ ਕਰੂਗਾ, ਬਿੱਲ ਮਾਫ नहीं होया, पुराने बकाए माफ होया। 200 यूनिट बिजली माफ है, 3 रुपए बिजली सस्ती है। जे किसी ਨੂੰ ਇਹ ਭੁਲੇਖਾ ਹੋਵੇ ਵੀ ਬਿਜਲੀ ਦੇ ਬਿੱਲ ਮਾਫ ਹੈ, ਬਿਜਲੀ ਦੇ ਬਿੱਲ ਪਹਿਲਾਂ ਵੀ ਨਹੀਂ ਮਾਫ ਸੀ, ਹੁਣ ਵੀ ਨਹੀਂ ਮਾਫ ਹੈ। ਲੇਕਿਨ ਜੋ ਐਲਾਨ ਕੀਤੇ ਉਹ ਕਾਂਗਰਸ ਪਾਰਟੀ ਨੇ ਆਪਦੇ ਵਾਅਦੇ ਪੂਰੇ ਕੀਤੇ। ਤਕਲੀਫ ਹੋ ਰਹੀ ਹੈ ਵਿਰੋਧੀਆਂ ਨੂੰ, ਢਿੱਡ ਦੁਖ ਰਿਹਾ ਵਿਰੋਧੀਆਂ ਦਾ ਕਿ 111 ਦਿਨਾਂ 'ਚ ਉਹ ਕੰਮ ਕਰ ਗਿਆ ਜਿਹੜੇ ਲੋਕਾਂ ਨੇ 10-10 ਸਾਲ ਨਹੀਂ ਕੀਤਾ। ਸੁਖਬੀਰ ਬਾਦਲ ਫਿਰ ਦੁਬਾਰਾ ਜਾ ਰਹੇ, ਕਿਸ ਤਰ੍ਹਾਂ ਦੇਖਦੇ? ਆਉਣ ਦੇ, ਮੈਂ ਤਾਂ ਭਾਲਦਾ ਰੋਜ਼ ਆਵੇ, ਆਪ ਹੀ ਲੜ ਪੈਂਦਾ। ਮੈਂ ਤਾਂ ਉਸ ਫੁੱਟਬਾਲ ਜੇ ਨੂੰ ਚਾਹੁੰਦਾ ਕਿ ਰੋਜ਼ ਆਵੇ। ਰਵਨੀਤ ਬਿੱਟੂ ਕਹਿ ਰਹੇ ਨੇ ਜਿਹੜੇ ਮੋਦੀ ਸਾਹਿਬ ਹੈ ਆਪਦੀ ਜੋ ਰੈਲੀ ਹੈ, ਰਸਤਿਆਂ ਨੂੰ ਜਿਹੜੇ ਰੂਟ ਹੈ ਉਹਨਾਂ ਦਾ ਉਹ ਨਾ ਇਖਤਿਆਰ ਕਰਕੇ ਹੈਲੀਕਾਪਟਰ ਦਾ ਰੂਟ ਇਖਤਿਆਰ ਕਰਨ। ਮੈਂ ਤਾਂ ਇਹ ਕਰੂੰਗਾ ਕਿ ਮੋਦੀ ਸਾਹਿਬ ਨੂੰ ਕੱਲ ਨੂੰ ਫੇਰ ਕੋਈ ਬਹਾਨਾ ਨਾ ਬਣਾਉਣ, ਪੈਰਾਮਿਲਟਰੀ ਫੋਰਸਿਸ ਲਾ ਦੇਣ। ਹੁਣ ਇਲੈਕਸ਼ਨ ਕਮਿਸ਼ਨ ਲੱਗਿਆ, ਹੁਣ ਤਾਂ ਸਾਡਾ ਕਿਸੇ ਚੀਜ਼ ਤੇ ਕੰਟਰੋਲ ਨਹੀਂ ਹੈ। ਅਗਰ ਕੋਈ ਕੱਲ ਨੂੰ ਫੇਰ ਸਾਡੇ ਤੇ ਇਲਜ਼ਾਮਾਤ ਇਸ ਤਰ੍ਹਾਂ ਦਾ ਲਾਉਣਾ ਤਾਂ ਇਹ ਚੰਗਾ ਹੋਣ ਹੀ ਨਾ। ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਅਸੀਂ ਵੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹੈ। ਲੇਕਿਨ ਪੰਜਾਬ ਦੇ ਅੰਦਰ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਕੋਈ ਐਸੀ ਗੱਲ ਹੋਈ ਨਹੀਂ। ਕਿਸੇ ਨੇ ਉਹਨੂੰ ਮੰਦਾ ਨਹੀਂ ਬੋਲਿਆ, ਕਿਸੇ ਨੇ ਉਹਨਾਂ ਨੂੰ ਗਾਲ ਨਹੀਂ ਕੱਢੀ, ਕਿਸੇ ਨੇ ਕੋਈ ਐਸੀ ਦੁਰਘਟਨਾ ਨਹੀਂ ਕੀਤੀ। ਅਚਨਚੇਤ ਕਿਸੇ ਨੇ ਕੋਈ ਐਸੀ ਦੁਰਘਟਨਾ ਨਹੀਂ ਕੀਤੀ। ਅਚਨਚੇਤ ਉਹਨਾਂ ਨੇ ਸੜਕ ਦਾ ਦੌਰਾ ਕਰ ਲਿਆ ਤੇ ਉੱਥੇ ਰਸ਼ ਨਹੀਂ ਸੀ, ਉਹਨਾਂ ਨੇ ਆਖਿਆ ਪੁਲ ਤੇ ਖੜ ਕੇ ਕੋਈ ਬਹਾਨਾ ਬਣਾਓ। ਸੋ ਹੁਣ ਸਾਡੀ ਬੇਨਤੀ ਹੈ ਕਿ ਕਿਰਪਾ ਕਰਕੇ ਆਪਦੀ ਸਿਕਿਉਰਿਟੀ ਦਾ ਆਪ ਇੰਤਜ਼ਾਮਾਤ ਕਰਕੇ ਹੁਣ ਸਾਡੇ ਪੰਜਾਬ ਦਾ ਕੋਈ ਵਿਅਕਤੀ, ਅਸੀਂ ਮੋਦੀ ਸਾਹਿਬ ਦਾ ਸਵਾਗਤ ਕਰਾਂਗੇ। ਅਗਰ ਕੋਈ ਮੋਦੀ ਸਾਹਿਬ ਨੂੰ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਅਸੀਂ ਉਹਦੇ ਅੱਗੇ ਹੋ ਕੇ ਖੜਾਂਗੇ। ਲੇਕਿਨ ਐਵੇਂ ਡਰਾਮਾ ਨਾ ਬਣਾਉਣ, ਐਵੇਂ ਬਹਾਨੇ ਨਾ ਬਣਾਉਣ। ਜਨਤਾ ਉਹਨਾਂ ਦੇ ਨਾਲ ਨਹੀਂ ਹੈ। ਸੀਐਮ ਦੇ ਚਿਹਰੇ ਨੂੰ ਲੈ ਕੇ ਸਿੱਧੂ ਸਾਹਿਬ ਦਾ ਪਰਿਵਾਰ, ਉਹਨਾਂ ਦੀ ਮਿਸਿਸ ਤੇ ਉਹਨਾਂ ਦੀ ਬੇਟੀਆਂ ਬਈ ਸਿੱਧੂ ਸਾਹਿਬ ਦੇ ਪਰਿਵਾਰ, ਵੇਖੋ ਪਰਿਵਾਰ ਵਾਲੇ ਦੀ ਕੋਈ ਆਪਦੀ ਕੋਈ ਮਨ 'ਚ ਗੱਲ ਹੋਵੇ, ਮੈਂ ਕੀ ਕਹਿ ਸਕਦਾ। ਹੁਣ ਮੇਰੀ ਵਾਈਫ ਦੇ ਮਨ 'ਚ ਕੀ ਗੱਲ ਹੈ, ਮੈਂ ਕੀ ਕਹਿ ਸਕਦਾ। ਪਰ ਸਿੱਧੂ ਸਾਹਿਬ ਨੇ ਬਾਂਹ ਫੜੀ ਖੜੀ ਕਰਕੇ ਇੱਕ ਫਰਾਗ ਦਿਲੀ ਦੇ ਨਾਲ, ਹਾਲਾਂਕਿ ਸਿੱਧੂ ਸਾਹਿਬ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਨੇ, ਚੰਗੇ ਉਮੀਦਵਾਰ ਨੇ, ਚੰਗਾ ਵਿਅਕਤੀ ਹੈ, ਪੰਜਾਬ ਦੇ ਲੋਕਾਂ 'ਚ ਉਹਨਾਂ ਦੀ ਬਹੁਤ ਛਵੀ ਹੈ। ਲੇਕਿਨ ਅੱਜ ਜਿਹੜੀ ਡਿਮਾਂਡ ਸੀ ਪਬਲਿਕ ਦੀ, ਉਹ ਸਰਦਾਰ ਚਰਨਜੀਤ ਸਿੰਘ ਚੰਨੀ ਸਨ। ਆਮ ਲੋਕ ਚਾਹੁੰਦੇ ਸਨ ਕਿ ਇੱਕ ਗਰੀਬ ਬੰਦਾ, ਆਮ ਬੰਦੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ।
ਤੇ ਰਾਹੁਲ ਗਾਂਧੀ ਜੀ ਨੇ ਦੋਵਾਂ ਵੱਡੇ ਲੀਡਰਾਂ ਨਾਲ, ਤਿੰਨਾਂ ਨਾਲ ਗੱਲ ਕਰਕੇ ਇਹ ਫਾਈਨਲ ਮੋਹਰ ਲਾਈ ਤੇ ਸਿੱਧੂ ਸਾਹਿਬ ਨੇ ਬਾਹ ਫੜੀ ਕਰਕੇ ਇਹ ਗੱਲ ਕਹੀ ਕਿ ਮੈਂ ਚੰਨੀ ਸਾਹਿਬ ਦੇ ਨਾਲ ਹੈ। ਇਸ ਤੋਂ ਵੱਡੀ ਫਰਾਗਦਿਲੀ ਹੋ ਨਹੀਂ ਸਕਦੀ। ਬੱਚਿਆਂ ਦਾ ਕਹਿਣਾ, ਘਰ ਵਾਲੀ ਦਾ ਕਹਿਣਾ, ਆਪਦੇ ਘਰ ਵਾਲੀ ਨੂੰ ਲੈ ਕੇ ਜਜ਼ਬਾਤੀ ਗੱਲਾਂ ਹੁੰਦੀਆਂ, ਉਹ ਕਹਿ ਦਿੰਦੇ ਆ, ਕੋਈ ਏਡੀ ਗੱਲ ਨਹੀਂ। ਜਾਖੜ ਸਾਹਿਬ ਨੇ ਕਿਹਾ ਵੀ ਮੇਰੇ ਨਾਲ 42 ਐਮਐਲਏ ਸੀ, ਆਪਣੇ ਦੂਜਾ ਜਿਹੜੀ ਮੈਡਮ ਨੇ ਉਹਨੇ ਨਰਪੋਲ ਜੀ 42 ਸੀ, 48 ਸੀ, 49 ਸੀ, 50 ਸੀ, ਹਰ ਬੰਦੇ ਦਾ ਹੱਕ ਹੈ। ਲੇਕਿਨ ਜਾਖੜ ਸਾਹਿਬ ਨੇ ਵੀ ਬਾਹ ਖੜੀ ਕਰਕੇ ਇਹ ਗੱਲ ਕਹੀ ਕਿ ਸਾਡਾ ਆਉਣ ਵਾਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੈ। ਫਿਰ ਉਸ ਤੋਂ ਬਾਅਦ ਇਸ ਗੱਲ ਦਾ ਕੋਈ ਸਵਾਲ ਨਹੀਂ ਰਹਿ ਜਾਂਦਾ। ਤੁਹਾਡੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਗਿਆ ਸੀ ਕਿ ਮੈਨੂੰ ਅਗਰ ਜੇ ਦੁਬਾਰਾ ਸਰਕਾਰ ਦੇ ਵਿੱਚ ਮੰਤਰੀ ਬਣਨ ਦਾ ਮੌਕਾ ਮਿਲਦਾ ਤਾਂ ਮੈਂ ਖਜ਼ਾਨਾ ਮੰਤਰੀ ਬਣੂੰਗਾ। ਕੀ ਕਹਿੰਦੇ? ਮੈਂ ਨਹੀਂ ਕਿਹਾ ਕਿਸੇ ਨੂੰ ਖਜ਼ਾਨਾ ਮੰਤਰੀ ਬਣਿਆ। ਮੈਂ ਆਖਿਆ ਜਿਹੜਾ ਮਹਿਕਮਾ ਖਰਾਬ ਹੈ, ਉਹ ਦੇ ਦਿੱਤਾ ਜਾਵੇ। ਜੇ ਖਜ਼ਾਨਾ ਖਾਲੀ ਹੈ ਤਾਂ ਉਹ ਵੀ ਮੈਂ ਭਰਨ ਜਾਣਦਾ। ਜੇ ਮੈਨੂੰ ਉਹ ਦੇ ਦਿੱਤਾ ਜਾਵੇ, ਉਹ ਵੀ। ਮੇਰੇ ਕਹਿਣ ਦਾ ਮਤਲਬ ਮੇਰੀ ਕੋਈ ਇੱਛਾ ਨਹੀਂ ਹੈ ਕਿ ਖਜ਼ਾਨਾ ਮੰਤਰੀ ਬਣੇ। ਖਜ਼ਾਨਾ ਮੰਤਰੀ ਨੂੰ ਸਲਾਮਤ ਰਹੇ। ਮੇਰੇ ਕਹਿਣ ਦਾ ਮਤਲਬ ਜਿਹੜਾ ਮਹਿਕਮਾ ਖਰਾਬ ਹੈ ਉਹਦੇ ਵਿੱਚ ਦਰੁਸਤ ਕਰਨ 'ਚ ਮੈਂ ਕੰਮ ਕਰਾਂ। ਦੁਬਾਰਾ ਟਰਾਂਸਪੋਰਟ ਮੰਤਰੀ ਬਣ ਕੇ ਫਿਰ ਜਾਨ ਨਿਕਲ ਜੂਗੀ ਬਾਦਲ ਵਾਲਿਆਂ ਦੀ, ਤਾਂ ਹੀ ਤਾਂ ਰੋਜ਼ ਤੁਰੇ ਫਿਰਦੇ ਆ। ਜੇ ਟਰਾਂਸਪੋਰਟ ਮੰਤਰੀ ਦੁਬਾਰੇ ਬਣ ਗਿਆ, ਇੱਕ ਲਿਖ ਲਓ, ਮੈਂ ਵਿੜਗਾ ਪਿੰਡ 'ਚ ਬਿਆਨ ਦੇ ਰਿਹਾ, ਇੱਕ ਵੀ ਬੱਸ ਪ੍ਰਾਈਵੇਟ ਨਹੀਂ ਚੱਲੇਗੀ। ਨੈਸ਼ਨਲ ਪਰਮਿਟ ਕਰ ਦਿਆਂਗਾ। ਇਹਨਾਂ ਤੋਂ ਸਾਰੀਆਂ ਬਾਦਲ ਵਾਲਿਆਂ ਦੀਆਂ ਬੱਸਾਂ ਬੋਲੀ ਲਾ ਕੇ ਸਰਕਾਰ ਖਰੀਦੂਗੀ ਤੇ ਸਾਰਿਆਂ ਤੇ ਰੰਗ ਫੇਰ ਕੇ PRTC ਤੇ ਪਨ ਬੱਸ ਦੀਆਂ ਬੱਸਾਂ ਬਣਾ ਦੂੰਗਾ। ਬੀਬੀ ਜੀ ਅੱਜ ਵਿੜਿੰਗ ਪਿੰਡ ਪਹੁੰਚੇ ਹੋ, ਕਿਸ ਤਰ੍ਹਾਂ ਲੱਗ ਰਿਹਾ ਹੈ? ਟਰਾਂਸਪੋਰਟ ਮੰਤਰੀ ਵੀ ਅੱਜ ਪਹੁੰਚੇ ਸੀ, ਕਿਸ ਤਰ੍ਹਾਂ ਦੇਖਦੇ ਪਏ ਹੋ? ਮੈਂ ਜੀ ਉਹਨਾਂ ਨੂੰ ਖਾਸ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਜੰਮ ਲਓ ਇਸ ਪਿੰਡ ਦਾ, ਤੇ ਤੁਸੀਂ ਮੰਤਰੀ ਹੋ ਸਾਡੇ, ਤੇ ਤੁਸੀਂ ਜ਼ਰੂਰ ਇੱਥੇ ਮੇਰੇ ਨਾਲ ਆਓ ਆਪਣੀ ਵੋਟਾਂ ਮੰਗਣ ਲਈ। ਕਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਮਿਲਿਆ? ਜਿਹੜਾ ਬਹੁਤ ਜ਼ਿਆਦਾ, ਸਾਰੇ ਬਹੁਤ, ਮੈਂ ਤਾਂ ਕਹਿੰਦੀ ਹਾਂ ਸਾਰੇ ਮਾਣ ਕਰਦੇ ਨੇ ਕਿ ਰਾਜਾ ਵੜਿੰਗ ਇੱਥੇ ਦਾ ਜੰਮਪਲ ਹੈ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਕਾਂਗਰਸ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਇੱਕਜੁੱਟਤਾ ਦਿਖਾ ਰਹੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਹ ਪਹਿਲੀ ਵਾਰੀ ਨਹੀਂ ਹੈ, ਕਾਂਗਰਸ ਸਾਡੀ ਇਕਜੁੱਟ ਹੀ ਰਹਿੰਦੀ ਹੈ। ਇਹ ਤਾਂ ਤੁਸੀਂ ਸਾਰੇ ਐਵੇਂ ਕਹਾਣੀਆਂ ਬਣਾਈ ਜਾਂਦੇ ਹੋ ਕਿ ਕਾਂਗਰਸ ਇਕਜੁੱਟ ਨਹੀਂ ਹੈ। ਜਿਹੜੇ ਨਹੀਂ ਕਾਂਗਰਸੀ ਸੀ ਉਹ ਨਿਕਲ ਕੇ ਬਾਹਰ ਬਈ, ਅਸੀਂ ਤਾਂ ਲੱਡੂ ਵੰਡਦੇ ਕਿ ਨਿਕਲ ਗਏ। ਕਾਂਗਰਸ ਇਕਜੁੱਟ ਹੈ। ਕੀ ਸੰਦੇਸ਼ਾ ਦੇਣਾ ਚਾਹੋਗੇ ਵਰਕਰਾਂ ਨੂੰ, ਜਿਹੜੇ ਕਾਂਗਰਸੀ ਵਰਕਰ? ਇਹ ਇਲੈਕਸ਼ਨ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਸੀਟ ਜਿਹੜੀ ਹੈ ਜਿੱਤ ਕੇ ਚੰਨੀ ਜੀ ਦੀ ਝੋਲੀ 'ਚ ਪਏ। ਕਰਨਾਟਕ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਵਿੱਚ ਜਦ ਘੱਟ ਬਹੁਮਤ ਨਾਲ ਆਪਣੀ ਸਰਕਾਰਾਂ ਬਣੀਆਂ ਸੀ ਕਾਂਗਰਸ ਦੀ, ਉੱਥੇ ਮੋਦੀ ਨੇ ਉਂਗਲਾਂ ਲਾ ਕੇ ਸਾਡੀਆਂ ਦੋਨੋਂ ਜਗ੍ਹਾ ਸਰਕਾਰਾਂ ਗੇਰੀਆਂ ਸੀ, ਤੇ ਉਹ ਉੱਥੇ ਹੁਣ BJP ਦੀ ਰਾਜ ਚੱਲ ਰਿਹਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪੂਰੀ ਤਾਕਤ ਵਿੱਚ ਸਾਡੀ ਪਾਰਟੀ ਆਵੇ ਕਿ 5 ਸਾਲ ਅਸੀਂ ਤਰੱਕੀ ਦੇ ਵੱਲ ਤੁਰੀਏ। ਪੰਜਾਬ ਵਿੱਚ ਨਰਿੰਦਰ ਮੋਦੀ ਆ ਰਹੇ ਆ ਰੈਲੀਆਂ ਕਰਨ, ਕਿਸ ਤਰ੍ਹਾਂ ਦੇਖਦੇ ਪਏ? ਡਰਪੋਕ ਹੈ ਜੀ, ਭੱਜੂਗਾ, ਸਿੱਧੀ ਜੀ ਗੱਲ ਹੈ। ਤੁਹਾਡੇ ਦਰਮਿਆਨ ਵੜਿੰਗ ਸਾਹਿਬ ट्रांसपोर्ट मंत्री पहुंच चुके हैं। ਹੁਣ मैं ज़्यादा समा नहीं लूँगा और जी वोटा की कैलकुलेशन है उस मुताबिक भाई आप बड़े आराम ना ਮੁੰਡੇ ਨਾਲ ਅਗਲੇ ਪਾਸੇ ਗਲੀ ਆ ਸਾਡੀ ਜੱਜੇ ਦੇ ਨਾਲ ਉਹ ਤਿਆਰ ਬਣੀ ਨਹੀਂ ਹਲੇ ਮਿੱਟੀ ਪਾਉਂਦੀ ਅਸੀਂ। ਅੱਛਾ ਭਾਈ ਉਹ ਗਲੀ ਪਾਸ ਹਾਂ ਉਹ ਚਾਚਾ ਬਣਾ ਲਓ। ਉਹ ਚਾਚਾ ਨਹੀਂ ਭਰਾ ਲਾਗੇ तरीक पंजे का बटन दबा के आप बीबा करन कौर बराड़ नूं कामयाब करना है। इन्हां दी कामयाबी तुहाडी अपनी कामयाबी अपने इलाके की कामयाबी। ਚੰਗਾ ਜੀ ਤੂੰ ਪਹਿਲਾਂ ਵੋਟ बराड़ साहब नूं पई सी 32,000 काके बराड़ नूं पई सी और 37,000 समथिंग आपां नूं पई सी ते 44,000 वोट है जिहड़ी रोजी बरकंदी नूं पई सी। पर इस
ਬਣੀ ਨਹੀਂ ਕਹਿੰਦੇ ਲੌਕਟੈਲ ਲਾਈ ਹੈ ਸਾਰੀ ਦਾ ਲੌਕਟੈਲ ਲੱਗੀ ਇੱਕ ਦੇਵ ਨੇ ਬਣਾਈਆਂ ਇਹ ਕਹਿੰਦਾ ਸਾਰੀ ਚ ਲੱਗੀ ਹੈ ਲੌਕਟੈਲ ਦੱਸੋ ਬਈ ਉਹ ਕਹਿੰਦੇ ਸਦੇਵ ਸਰਪੰਚ ਨੇ ਲਾਇਆ ਜੀ ਸਦੇਵ ਨੇ ਲਾਇਆ ਸਰਪੰਚ ਨੇ ਨਹੀਂ ਇੱਕ ਗਲੀ ਨਹੀਂ ਕਹਿੰਦੇ ਤੇਰੀ ਗਲੀ ਇਕੱਲੇ ਦੀ ਰਹਿ ਗਈ ਨਹੀਂ ਜੀ ਨਹੀਂ ਦੋ ਦਿਨ ਗਲੀਆਂ ਰਹਿੰਦੀਆਂ ਉਹ 2-3 ਰਹਿੰਦੀਆਂ ਹੁਣ ਮਿਹਨਤ ਕਰਾਈ ਹੈ ਹੈ ਬਾਈ ਜੀ ਗਟਕਾ ਪਾਇਆ ਪਿਆ ਪਹਿਲਾਂ ਅੱਛਾ ਕੀ ਹੈ ਉਹਦੇ ਨਾਲ 2 ਘਰ ਬਣ ਨਹੀਂ ਦਿੰਦੇ, ਇੱਟਾਂ ਵੀ ਲਵਾ ਦੇਗੇ, ਸਭ ਕੁਝ ਲਵਾ ਦਿੰਦੇ, ਪਰ ਉਹ ਬਣ ਨਹੀਂ ਕਹਿੰਦੇ ਆ ਵੀ ਤੁਹਾਡੇ 2 ਘਰ ਜਿਹੜੇ ਆ ਮਿਸਤਰੀ ਵਾਲੀ ਗਲੀ ਹੈ ਜੀ। ਚਲੋ ਬਾਈ ਚਲੋ ਫਿਰ ਪਤਾ ਛੱਡ ਦੇ। ਉਹ ਤੂੰ ਗੱਲ ਸੁਣ ਆ ਠੀਕ ਬਣ ਗਈ ਤੇ ਪਰ ਅਜੇ ਇੰਨੀ ਵਧੀਆ ਬਣੀ ਮੀਟਰ ਦਾ ਪਿੰਡ ਨੇ ਅਪਲਾਈ ਕਰਨਾ ਨਾ, ਮੈਂ ਨਹੀਂ ਕਰ ਸਕਦਾ। ਤੁਸੀਂ ਆਪਦੇ ਨਾਂ ਤੇ ਜਾਂ ਅੰਗਣਵਾੜੀ ਹੈਲੋ ਹੁਣ ਪੈਸੇ ਖਤਮ ਹੋ ਗਏ ਪੈਸੇ ਤਾਂ ਹੈ ਹੀ ਇਹਦੇ ਨੂੰ ਆ ਕੰਧ ਪਲਾਸਟਰ ਕਰਕੇ ਇਹਨੂੰ ਲੌਕਟੈਲ ਵੀ ਲਾ ਦਿਓ। ਕਰਾ ਦਾਂਗੇ ਬਾਈ। ਬਹੁਤ ਟੁੱਟੀ ਪਈ ਸੀ ਇਹ ਆ ਵਧੀਆ ਬਣ ਗਿਆ ਹੁੰਦਾ ਜੀ ਕਿਹਦਾ ਲਾ ਦੀ ਰਾਜੀ ਵੀਰੇ ਵੇਖੋ ਸਮਾਨ ਕੇ ਉਹ ਵਾਂ ਕਿ ਘਰ ਦਾ ਕੀ ਹਾਲ ਹੈ? ਠੀਕ ਹੈ ਪਾਣੀ ਲਾਓ